परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। श्रीनगर दे लागे एक कट्टू नामी सिख रहिंदा सी। उसदा हिरदा सतनाम दे नाम नाल रसिया होया सी। ਉਹ छेवें पातशाह ਦੇ ਸਮੇਂ ਗੁਰੂ ਜੀ ਨੂੰ ਅੰਮ੍ਰਿਤਸਰ ਵਿਖੇ ਜਾ ਕੇ ਮਿਲਿਆ ਸੀ। ਤਦ ਉਸਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਉਸ ਦਾ ਸਤਿਗੁਰੂ ਜੀ ਨਾਲ ਬੜਾ ਸੁਹਿਰਦ ਪ੍ਰੇਮ ਸੀ। ਉਸਨੇ ਅੰਦਰਲੇ ਪ੍ਰਭੂ ਨੂੰ ਇੱਕ ਰਸ ਵੇਖਿਆ ਸੀ। ਜਦ ਗੁਰੂ ਜੀ ਨੇ ਉਸ 'ਤੇ ਕਿਰਪਾ ਕੀਤੀ ਤਾਂ ਅਗਿਆਨਤਾ ਦਾ ਨਾਸ਼ ਹੋ ਗਿਆ ਤੇ ਆਪਣੇ ਸਰੂਪ ਨੂੰ ਉਸਨੇ ਵੇਖ ਲਿਆ। ਉਸ ਦੀ ਸਤਨਾਮ ਦੇ ਸਿਮਰਨ ਨਾਲ ਲਿਵ ਲੱਗ ਗਈ। ਬ੍ਰਹਮ ਦੇਖ ਕੇ ਗੁਰੂ ਜੀ ਦਾ ਪ੍ਰੇਮੀ ਹੋ ਗਿਆ। ਬਹੁਤ ਦੇਰ ਤੱਕ ਸੇਵਾ ਕਰਦਾ ਰਿਹਾ। ਉਸ ਦੀ ਬਿਰਤੀ ਵੇਖ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਸ ਦਾ ਨਾਮ ਕੱਟੂ ਸ਼ਾਹ ਕਹਿੰਦੇ ਸਨ। ਜਦ ਉਸ ਦੇ ਹਿਰਦੇ ਵਿੱਚ ਬਹੁਤ ਪਿਆਰ ਭਰ ਗਿਆ, ਫਿਰ ਉਸ ਨੂੰ ਆਪਣੇ ਘਰ ਜਾਣ ਵਾਸਤੇ ਕਹਿ ਦਿੱਤਾ। ਜਦ ਸਤਿਗੁਰੂ ਜੀ ਨੇ ਉਸ ਦੀ ਘਾਲ ਕਮਾਈ ਨੂੰ ਵੇਖਿਆ, ਇਸ ਕਰਕੇ ਉਹਨਾਂ ਦਾ ਨਾਮ ਗਰੀਬ ਨਿਵਾਸ ਹੈ। ਜਿਸ ਸਮੇਂ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀਨਗਰ ਵੱਲ ਆਪਣੀ ਸੈਨਾ ਦੇ ਨਾਲ ਆਏ ਤਾਂ ਭਾਈ ਕੱਟੂ ਵੀ ਸਵਾਦੀ ਫੜ ਲੈ ਕੇ ਗੁਰੂ ਜੀ ਨੂੰ ਆ ਮਿਲਿਆ। ਦਰਸ਼ਨ ਕਰਕੇ ਹਿਰਦਾ ਆਨੰਦ ਨਾਲ ਭਰ ਗਿਆ। ਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਨਾਲ ਲਿਪਟ ਗਿਆ। ਨੈਣਾਂ ਵਿੱਚ ਆਨੰਦਮਈ ਜਲ ਝਲਕ ਰਿਹਾ ਸੀ। ਉਸ ਨੂੰ ਵੇਖ ਕੇ ਸ਼੍ਰੀ ਹਰਗੋਬਿੰਦ ਜੀ ਨੇ ਕਿਹਾ, ਕੱਟੂ ਸ਼ਾਹ ਆਓ, ਕੀ ਸੁੱਖ ਆਨੰਦ ਹੈ? ਕਹਿਣ ਲੱਗਾ, ਹੇ ਗੁਰੂ ਜੀ, ਤੁਹਾਡੇ ਦਰਸ਼ਨ ਕੀਤੇ ਹਨ। ਮੇਰੇ ਹਿਰਦੇ ਵਿੱਚ ਸੁੱਖ ਅਤੇ ਆਨੰਦ 100 ਗੁਣਾ ਵੱਧ ਗਿਆ ਹੈ। ਕਸ਼ਮੀਰ ਦਾ ਰਾਹ ਬੜਾ ਕਠਿਨ ਹੈ। ਤੁਸੀਂ ਗੁਰਸਿੱਖੀ ਦਾ ਵਿਸਥਾਰ ਕਰ ਰਹੇ ਹੋ। ਆਪਣਾ ਵੱਡਾ ਦਾਸ ਜਾਣ ਕੇ ਤੁਸੀਂ ਉਹਨਾਂ ਦਾ ਇਸ ਸਮੇਂ ਕਿਰਤਾਰਥ ਕਰਨ ਵਾਸਤੇ ਆਏ ਹੋ। ਕਿਰਪਾ ਧਾਰ ਕੇ ਆਉਣਾ ਕੀਤਾ ਹੈ। ਮੇਰੇ ਵੱਡੇ ਭਾਗ ਹਨ ਕਿ ਮੇਰੇ ਘਰ ਆਏ ਹੋ। ਇਤਿਆਦ ਸ਼ੁਭ ਬਾਣੀ ਕਹਿ ਕੇ ਰਾਤ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਪਾਸ ਰਿਹਾ। ਹੋਰ ਅਨੇਕਾਂ ਸਿੱਖ ਚੱਲ ਕੇ ਗਏ ਤੇ ਗੁਰੂ ਜੀ ਦੇ ਚਰਨ ਕਮਲਾਂ 'ਤੇ ਵੰਦਨਾ ਕੀਤੀ। ਗੁਰੂ ਜੀ ਨੇ ਯਥਾਯੋਗ ਸਾਰਿਆਂ ਦਾ ਸਨਮਾਨ ਕੀਤਾ। ਰਾਤ ਉਸ ਸਥਾਨ ਵਿਖੇ ਠਹਿਰ ਕੇ ਗੁਰੂ ਜੀ ਅੱਗੇ ਚੱਲ ਪਏ। ਕੱਟੂ ਸ਼ਾਹ ਨੂੰ ਗੁਰੂ ਜੀ ਨੇ ਵਿਦਾ ਕੀਤਾ। ਉਸਨੇ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਸਤਿਗੁਰੂ ਹਰਗੋਬਿੰਦ ਜੀ ਕੂਚ ਕਰਕੇ ਵਿਸ਼ਾਲ ਨਗਰ ਦੇ ਪਾਸ ਉੱਥੇ ਜਾ ਪਹੁੰਚੇ ਜਿੱਥੇ ਕਾਠੀ ਦਰਵਾਜ਼ਾ ਸੀ। ਗੁਰੂ ਜੀ ਨੇ ਸ਼੍ਰੀਨਗਰ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਕਾਠੀ ਦਰਵਾਜ਼ਾ ਸ਼ਹਿਰ ਦਾ ਨਹੀਂ ਬਲਕਿ ਇੱਕ ਕਿਲੇ ਦਾ ਦਰਵਾਜ਼ਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਉੱਥੇ ਕਈ ਦਿਨ ਠਹਿਰੇ। ਸਿੱਖ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ ਤੇ ਕਈ ਗਿਆਨ ਪ੍ਰਾਪਤ ਕਰ ਰਹੇ ਸਨ। ਕਈਆਂ ਨੂੰ ਸਤ ਸੰਤੋਖ ਪ੍ਰਾਪਤ ਹੋ ਗਿਆ ਤੇ ਕਈ ਦੋਸ਼ ਰਹਿਤ ਬ੍ਰਹਮ ਗਿਆਨੀ ਹੋ ਗਏ। ਕਿਸੇ ਨੇ ਸਤਨਾਮ ਦਾ ਸਿਮਰਨ ਪਾਇਆ। ਕਈ ਰਾਤ ਦਿਨ ਅੰਤਰ ਹਿਰਦੇ ਵਿੱਚ ਲਿਵ ਲਾਉਂਦੇ ਸਨ। ਕਈਆਂ ਨੇ ਯੋਗ ਮੁਕਤੀ ਨੂੰ ਪ੍ਰਾਪਤ ਕੀਤਾ ਤੇ ਕਈਆਂ ਨੇ ਗੁਰਸੰਗਤ ਪ੍ਰਾਪਤ ਕਰਕੇ ਦੋਸ਼ਾਂ ਦਾ ਨਾਸ਼ ਕਰਵਾਇਆ। ਇੱਕ ਦਿਨ ਇੱਕ ਪਾਸੇ ਤੋਂ ਬਹੁਤ ਸਿੱਖ ਆਏ। ਉਹ ਸ਼ਹਿਦ ਦੇ ਬਰਤਨ ਭਰ ਕੇ ਲਿਆਏ। ਉਹਨਾਂ ਦੇ ਰਾਹ ਵਿੱਚ ਕੱਟੂ ਸ਼ਾਹ, ਜਿਸ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਸਮਾਇਆ ਹੋਇਆ ਸੀ, ਉਸ ਦਾ ਘਰ ਸੀ। ਉਹ ਸਾਰੇ ਸਿੱਖ ਕੱਟੂ ਸ਼ਾਹ ਦੇ ਘਰ ਠਹਿਰੇ। ਰਾਤ ਕੱਟ ਕੇ ਫਿਰ ਆਪਣੇ ਰਾਹ ਪੈ ਗਏ। ਕੱਟੂ ਸ਼ਾਹ ਨੇ ਸੰਗਤ ਦੀ ਹਰ ਪ੍ਰਕਾਰ ਸੇਵਾ ਕੀਤੀ ਅਤੇ ਗੁਰਸੰਗਤ ਵੇਖ ਕੇ ਬਹੁਤ ਸ਼ਰਧਾ ਧਾਰਨ ਕੀਤੀ। ਉਹਨਾਂ ਨੂੰ ਰਾਤ ਸੌਣ ਵਾਸਤੇ ਬੜਾ ਸੁੰਦਰ ਸਥਾਨ ਦਿੱਤਾ। ਸਵੇਰ ਹੋਈ ਤਾਂ ਸਾਰੀ ਸੰਗਤ ਉੱਠ ਬੈਠੀ। ਇਸ਼ਨਾਨ ਆਦਿ ਸਭ ਪ੍ਰਕਾਰ ਦੀ ਕਿਰਿਆ ਕੀਤੀ। ਜਦ ਸੰਗਤ ਨੇ ਚੱਲਣ ਦੀ ਤਿਆਰੀ ਕੀਤੀ ਤਾਂ ਭਾਈ ਕੱਟੂ ਸ਼ਾਹ ਨੇ ਬਚਨ ਉਚਾਰਨ ਕੀਤੇ, ਇਸ ਬਰਤਨ ਵਿੱਚ ਕੀ ਲੈ ਕੇ ਆਏ ਹੋ? ਹੇ ਗੁਰਸਿੱਖੋ, ਇਹ ਮੈਨੂੰ ਵੀ ਵਿਖਾ ਦਿਓ।
ਇਹ ਸੁਣ ਕੇ ਸਿੱਖਾਂ ਨੇ ਕਿਹਾ, ਇਹ ਵਧੀਆ ਪ੍ਰਕਾਰ ਦਾ ਸ਼ਹਿਦ ਹੈ, ਜਿਸ ਨੂੰ ਗੁਰੂ ਜੀ ਵਾਸਤੇ ਲੈ ਕੇ ਜਾ ਰਹੇ ਹਾਂ। ਜੰਗਲਾਂ ਵਿੱਚ ਬਹੁਤ ਫਿਰ ਤੁਰ ਕੇ ਇਹ ਇਕੱਠਾ ਕੀਤਾ ਹੈ। ਗੁਰੂ ਜੀ ਦੇ ਛਕਣ ਯੋਗ ਲੱਭ ਕੇ ਲਿਆਏ ਹਾਂ। ਸਾਰੇ ਫਲਾਂ ਦੀ ਇਹ ਡਾਲੀ ਭੇਟਾ ਹੈ। ਹੁਣ ਜਾ ਕੇ ਸਤਿਗੁਰੂ ਜੀ ਨੂੰ ਅਰਪਣ ਕਰਾਂਗੇ। ਕੱਟੂ ਸ਼ਾਹ ਨੇ ਇਹ ਸ਼ੁਭ ਗੱਲ ਸੁਣੀ ਤੇ ਉਹਨਾਂ ਪਾਸੋਂ ਸ਼ਹਿਦ ਮੰਗਿਆ। ਕਹਿਣ ਲੱਗਾ, ਮੈਨੂੰ ਵੀ ਥੋੜਾ ਸ਼ਹਿਦ ਦੇ ਦਿਓ। ਜਿਹੜਾ ਬੜੀ ਮਿਹਨਤ ਨਾਲ ਲੱਭ ਕੇ ਲਿਆਏ ਹੋ, ਉਹ ਜ਼ਰੂਰ ਵਧੀਆ ਹੋਵੇਗਾ। ਮੈਂ ਇਸ ਦਾ ਸਵਾਦ ਵੇਖਣ ਵਾਸਤੇ ਇੱਛਾ ਧਾਰਨ ਕੀਤੀ ਹੈ। ਇਹ ਸੁਣ ਕੇ ਸਿੱਖਾਂ ਨੇ ਉੱਤਰ ਦਿੱਤਾ, ਹਾਲੇ ਗੁਰੂ ਜੀ ਨੂੰ ਅਰਪਣ ਨਹੀਂ ਕੀਤਾ ਹੈ। ਬਹੁਤ ਮਿਹਨਤ ਨਾਲ ਸ਼ਹਿਦ ਇਕੱਠਾ ਕੀਤਾ ਹੈ। ਅਸੀਂ ਆਪਣੇ ਮਨ ਵਿੱਚ ਇਹ ਨੇਮ ਪੱਕਾ ਕੀਤਾ ਹੈ ਕਿ ਸਭ ਤੋਂ ਪਹਿਲਾਂ ਕੇਵਲ ਸਤਿਗੁਰੂ ਜੀ ਹੀ ਇਸ ਦਾ ਸੇਵਨ ਕਰਨ। ਸਤਿਗੁਰੂ ਜੀ ਤੋਂ ਬਿਨਾਂ ਇਹ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਪਹਿਲਾਂ ਸਤਿਗੁਰੂ ਜੀ ਆਪਣੇ ਮੁਖ ਵਿੱਚ ਪਾਉਣ, ਬਾਅਦ ਵਿੱਚ ਸਿੱਖ ਸੰਗਤ ਨੂੰ ਦੇਣਗੇ। ਖਾਣ ਦੇ ਉਚਿਤ ਤਦੋਂ ਹੀ ਹੋ ਸਕੇਗਾ। ਭਾਈ ਕੱਟੂ ਸ਼ਾਹ ਫਿਰ ਚੁੱਪ ਕਰ ਗਿਆ। ਸ਼ਹਿਦ ਪ੍ਰਾਪਤ ਕਰਨ ਦੀ ਉਸਦੇ ਚਿੱਤ ਵਿੱਚ ਕੋਈ ਚਾਹ ਨਾ ਰਹੀ। ਉਸਦੇ ਮਨ ਵਿੱਚ ਖੁਸ਼ੀ ਗਮੀ ਲੇਸ ਮਾਤਰ ਵੀ ਨਹੀਂ ਸੀ। ਉਸਦਾ ਮਨ ਦਿਨ ਰਾਤ ਗੁਰੂ ਜੀ ਵਿੱਚ ਜੁੜਿਆ ਰਹਿੰਦਾ ਸੀ। ਇਹ ਕਹਿ ਕੇ ਸੰਗਤ ਰਾਹੇ ਪੈ ਗਈ। ਉਹਨਾਂ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਮਨਸ਼ਾ ਧਾਰਨ ਕੀਤੀ ਹੋਈ ਸੀ। ਹੌਲੀ ਹੌਲੀ ਚੱਲ ਕੇ ਨਗਰ ਵਿੱਚ ਪਹੁੰਚ ਗਏ। ਘਰ ਦਾ ਪਤਾ ਪੁੱਛ ਕੇ ਉਸ ਪਾਸੇ ਨੂੰ ਚੱਲ ਪਏ ਜਿੱਥੇ ਪੂਰੇ ਸਤਿਗੁਰੂ ਜੀ ਬਿਰਾਜਮਾਨ ਸਨ। ਸੰਗਤ ਉੱਥੇ ਜਾ ਕੇ ਉਹਨਾਂ ਦੀ ਹਜ਼ੂਰੀ ਵਿੱਚ ਪਹੁੰਚ ਗਈ। ਸਭ ਮੇਵਿਆਂ ਅਤੇ ਫਲਾਂ ਦੀਆਂ ਡਾਲੀਆਂ ਉਹਨਾਂ ਅੱਗੇ ਧਰ ਦਿੱਤੀਆਂ। ਫਿਰ ਹੱਥ ਜੋੜ ਕੇ ਬੰਦਨਾ ਕੀਤੀ। ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਕੇ ਦਰਸ਼ਨ ਕੀਤੇ। ਫਿਰ ਬੜੀ ਸ਼ਰਧਾ ਨਾਲ ਸਤਿਗੁਰੂ ਜੀ ਦੇ ਚਰਨ ਕਮਲਾਂ ਨੂੰ ਪਰਸਿਆ। ਗੁਰੂ ਜੀ ਨੇ ਤਦ ਸਭ ਉੱਤੇ ਆਪਣੀ ਖੁਸ਼ੀ ਕੀਤੀ। ਗੁਰੂ ਜੀ ਦੇ ਵੇਖਦਿਆਂ ਹੀ ਸਭ ਨਿਹਾਲ ਹੋ ਗਏ। ਗੁਰੂ ਜੀ ਨੇ ਕਹਿ ਕੇ ਸ਼ਹਿਦ ਵਾਲੇ ਬਰਤਨ ਦਾ ਮੂੰਹ ਖੁਲਵਾਇਆ। ਸਾਰੇ ਵੇਖ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, ਇਹ ਅਸੀਂ ਸਾਰੇ ਫਿਰ ਫਿਰ ਕੇ ਲੱਭ ਕੇ ਲਿਆਏ ਹਾਂ। ਹੇ ਪ੍ਰਭੂ ਜੀ, ਇਹ ਸ਼ਹਿਦ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਅਸੀਂ ਇਸ ਨੂੰ ਸਵੇਰੇ ਵੇਖਿਆ ਸੀ। ਇਹ ਬਿਲਕੁਲ ਠੀਕ ਸੀ। ਹੁਣ ਇਹ ਕੀੜਿਆਂ ਨਾਲ ਭਰਿਆ ਹੋਇਆ ਹੈ। ਇਹ ਕੀ ਹੋ ਗਿਆ ਹੈ? ਇਸ ਦੀ ਗਤੀ ਸਮਝ ਵਿੱਚ ਨਹੀਂ ਆਉਂਦੀ। ਸ਼ੁੱਧ ਸ਼ਹਿਦ ਬਹੁਤ ਕਿਰਮਾ ਨਾਲ ਭਰ ਗਿਆ ਹੈ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਕੱਟੂ ਸ਼ਾਹ ਦੇ ਹਿਰਦੇ ਵਿੱਚ ਪ੍ਰਵੇਸ਼ ਕਰਕੇ ਅਸੀਂ ਮੰਗਿਆ ਸੀ। ਉੱਥੇ ਤੁਸੀਂ ਇਹ ਮੈਨੂੰ ਦਿੱਤਾ ਨਹੀਂ। ਇਸ ਕਰਕੇ ਸ਼ਹਿਦ ਵਿੱਚ ਕਿਰਮ ਪੈ ਗਏ ਹਨ। ਜੋ ਪਦਾਰਥ ਸਾਡੇ ਸਿੱਖਾਂ ਦੇ ਮੂੰਹ ਵਿੱਚ ਪੈਂਦਾ ਹੈ, ਉਹ ਹਿੱਤ ਧਾਰ ਕੇ ਮੇਰੇ ਪਾਸ ਪਹੁੰਚ ਜਾਂਦਾ ਹੈ। ਜਿਹੜਾ ਸਿੱਖ ਦੇ ਮੰਗਣ ਤੇ ਨਾ ਦੇਵੇ, ਉਸ ਵਿੱਚ ਨਿਸ਼ਚਿਤ ਰੂਪ ਵਿੱਚ ਵਿਗਾੜ ਪੈ ਜਾਂਦਾ ਹੈ। ਹੁਣ ਕੱਟੂ ਸ਼ਾਹ ਦੇ ਪਾਸ ਜਾਓ। ਸ਼ਰਧਾ ਧਾਰ ਕੇ ਸ਼ਹਿਦ ਉਸ ਨੂੰ ਖਵਾਓ। ਜਦ ਉਸ ਨੂੰ ਸ੍ਰੇਸ਼ਟ ਰੂਪ ਵਿੱਚ ਪ੍ਰਸੰਨ ਕਰ ਲਵੋਗੇ, ਇਹ ਸਾਰਾ ਪਹਿਲਾਂ ਵਾਂਗ ਹੀ ਬਣ ਜਾਏਗਾ। ਸਤਿਗੁਰੂ ਜੀ ਪਾਸੋਂ ਇਹ ਸੁਣ ਕੇ ਸਾਰੇ ਹਿਰਦੇ ਵਿੱਚ ਬਹੁਤ ਪਛਤਾਏ। ਕੱਟੂ ਸ਼ਾਹ ਇੱਕ ਵੱਡਾ ਸਿੱਖ ਹੈ। ਸਤਿਗੁਰੂ ਜੀ ਆਪਣੇ ਦਾਸਾਂ ਵਿੱਚ ਵਸਦੇ ਹਨ। ਗੁਰੂ ਭਗਵੰਤ ਜੀ ਸਭ ਥਾਂ ਰਹਿੰਦੇ ਹਨ। ਗੁਰੂ ਜੀ ਦੇ ਬਚਨ ਮੰਨ ਕੇ ਉਹ ਸਾਰੇ ਚਲੇ ਗਏ। ਸ਼ਹਿਦ ਦਾ ਬਰਤਨ ਲੈ ਕੇ ਉਹ ਕਿਸੇ ਦੇਰ ਬਗੈਰ ਤੁਰ ਪਏ। ਸ਼ਾਮ ਦੇ ਸਮੇਂ ਉੱਥੇ ਜਾ ਪਹੁੰਚੇ ਤੇ ਕੱਟੂ ਸ਼ਾਹ ਨੂੰ ਵੇਖ ਕੇ ਮੁਸਕਰਾਏ। ਗੁਰੂ ਜੀ ਸਿੱਖਾਂ ਦਾ ਮਾਣ ਰੱਖਦੇ ਹਨ। ਗੁਰੂ ਜੀ ਆਪਣੇ ਸਿੱਖਾਂ ਨੂੰ ਆਪਣੇ ਨਾਲੋਂ ਵੀ ਵੱਡਾ ਸਮਝਦੇ ਹਨ। ਉਹਨਾਂ ਨੇ ਜਾ ਕੇ ਸ਼ਹਿਦ ਦਾ ਭਾਂਡਾ ਕੱਟੂ ਸ਼ਾਹ ਦੇ ਅੱਗੇ ਰੱਖ ਦਿੱਤਾ ਤੇ ਬੇਨਤੀ ਕੀਤੀ, ਮੁਆਫ ਕਰੋ, ਸਾਥੋਂ ਗਲਤੀ ਹੋ ਗਈ ਹੈ। ਬਰਤਨ ਵਿੱਚੋਂ ਸ਼ਹਿਦ ਕੱਢ ਕੇ ਭਾਈ ਕੱਟੂ ਸ਼ਾਹ ਨੇ ਛਕ ਲਿਆ। ਭਾਂਡੇ ਦਾ ਫਿਰ ਮੂੰਹ ਢੱਕ ਦਿੱਤਾ। ਸ਼ਹਿਦ ਫਿਰ ਬਹੁਤ ਸੁਗੰਧੀ ਵਾਲਾ ਹੋ ਗਿਆ। ਸਿੱਖਾਂ ਨੇ ਬੰਦਨਾ ਕਰਕੇ ਮਹਿਮਾ ਸਮਝੀ। ਗੁਰੂ ਜੀ ਦੇ ਸਿੱਖ ਮਹਾਨ ਧਨ ਹਨ। ਫਿਰ ਨਗਰ ਵੱਲ ਚੱਲ ਕੇ ਸ਼ਹਿਦ ਲਿਆਏ ਤੇ ਸ਼ਹਿਦ ਦਾ ਬਰਤਨ
ਗੁਰੂ ਜੀ ਪਾਸ ਅਰਪਣ ਕਰ ਦਿੱਤਾ। ਵਧੀਆ ਸ਼ਹਿਦ ਵੇਖ ਕੇ ਗੁਰੂ ਜੀ ਨੇ ਕਿਹਾ, ਗੁਰਮੁਖ ਸਿੱਖ ਅਤੇ ਮੇਰੇ ਵਿੱਚ ਭੇਦ ਨਾ ਜਾਣੋ, ਦੋਹਾਂ ਨੂੰ ਇੱਕ ਰੂਪ ਜਾਣੋ, ਗੁਰੂ ਅਤੇ ਸਿੱਖ ਵਿੱਚ ਕੋਈ ਫਰਕ ਨਾ ਜਾਣੋ। ਇਹ ਕਹਿ ਕੇ ਸ਼ਹਿਦ ਵਾਲਾ ਬਰਤਨ ਰਖਵਾ ਲਿਆ। ਸਿੱਖਾਂ ਦੀ ਮਹਿਮਾ ਬਹੁਤ ਵਧਾ ਦਿੱਤੀ। ਇਸ ਪ੍ਰਕਾਰ ਕਸ਼ਮੀਰ ਵਿੱਚ ਰਹੇ ਸਦਾ ਸੰਗਤਾਂ ਦੀ ਬਹੁਤ ਭੀੜ ਲੱਗੀ ਰਹਿੰਦੀ ਸੀ। ਕਈ ਦਿਨ ਉਸ ਦੇਸ਼ ਵਿੱਚ ਬਤੀਤ ਕੀਤੇ। ਗੁਰੂ ਜੀ ਨਿਤ ਨਵਾਂ ਚਰਿੱਤਰ ਵਿਖਾਉਂਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।